बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। मैं ज़ुबैर ख़ान हूँ और आप मेरा वीलॉग देख रहे हैं। जी कोई वाकया है। हमारा दोस्त था, उसका माइनॉरिटी से ताल्लुक था और ऐसी माइनॉरिटी से ताल्लुक था जो पाकिस्तान में जिसका नाम भी नहीं लिया जाता, जिसे ममनू समझा जाता है। उसने उससे पैसे उधार लिए। बहुत अच्छा दोस्त था। उसने कुछ चंद पैसे उधार लिए। पैसे उधार लेने के बाद जब उसने वापस मांगे, मीनवाइल उसने क्या किया, उसने कहा यार मैं तुम्हारे मजहब को पढ़ना चाहता हूँ, लोग तुम पे इतनी तनकीद करते हैं, मुझे बताओ तो सही तुम्हारा मजहब क्या है, मैं पढ़ूंगा। उसने दोस्ती यारी में, अब अगर आप मुझसे कुछ मेरे फैक्ट की किताबें मांगेंगे, यार वसीम मुझे कुछ चाहिए, मैं वैसे ही कह दूंगा यार अच्छी बात है पढ़ ले। उसने वो बुक्स ले ली। बुक्स लेने के बाद क्या हुआ, जब उसने पैसे उधार मांगे, उसने कहा तुम्हारी जो तबलीग है, जो तुम्हारा सेक्ट है, उसमें आईने पाकिस्तान में तुम नहीं कर सकते। अब मेरे पास ये तमाम कन्वर्सेशन भी मौजूद है और तुम्हारी बुक्स भी मौजूद हैं, तुमने मुझे तबलीग की अपने मजहब की, और अब अगर तुमने मुझसे मांगा तो याद रखना मैं तुम पे तौहीन रिसालत और तौहीन मजहब के मुकदमात करवाऊंगा। अब यकीन कीजिए वो पूरी फैमिली जर्मनी शिफ्ट हो गई, और जो मुल्क के हालात हैं वहां पे इस तरह के आपको चीजें देखने को मिलती हैं। यानी वो सिर्फ एक कहना था या एक मैसेज सर्कुलेट करना था मजहबी तबकों में कि ये जो शख्स है ये उस माइनॉरिटी से ताल्लुक रखता है और उसने ये किया। उसके बाद उसका जो हाल होता है वो आप यकीन कीजिए कि वो छोड़ के चले गए, जर्मनी लड़का चला गया, और उसने मुझे बताया वसीम भाई मैं इस वजह से छोड़ के आ गया कि यहाँ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਪੁਲ ਦੀ ਮੰਗ ਕੀਤੀ ਮੈਥੋਂ। ਛੋਟਾ ਜਿਹਾ ਸੂਆ ਸੀ ਤੇ 4-5 ਫੁੱਟ ਦਾ ਹੋਣਾ, 6 ਫੁੱਟ ਦਾ ਹੋਣਾ। ਕਹਿੰਦੇ ਜੀ ਪੁਲ ਬਣਾ ਦਿਓ, ਨਹੀਂ ਸਾਨੂੰ ਉੱਤੋਂ ਦੀ ਆਉਣਾ ਪੈਂਦਾ। ਮੈਂ ਕਿਹਾ ਠੀਕ ਹੈ। ਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ ਜੀ ਐਸਟੀਮੇਟ ਲਾਓ, ਮੈਂ ਐਮਪੀ ਲੈਟ ਚੋਂ ਪੈਸੇ ਦੇ ਦੂੰ। ਤੇ ਕਹਿੰਦੇ ਠੀਕ ਹੈ ਜੀ। ਅਗਲੇ ਦਿਨ ਨੂੰ ਐਸਟੀਮੇਟ ਆ ਗਿਆ 1 ਕਰੋੜ 80 ਲੱਖ। ਮੈਂ ਕਿਹਾ 5 ਕਰੋੜ ਦਾ ਸਾਲ ਦਾ ਮਿਲਦਾ, ਮੈਂ 2 ਕਰੋੜ ਲਗਭਗ ਇੱਕ ਪੁਲ ਤੇ ਲਾ ਦੂੰਗਾ। ਇੱਕ ਮੇਰਾ ਦੋਸਤ ਹੈ ਇੰਜੀਨੀਅਰ ਹੈ, ਮੈਂ ਤਾਂ ਜੂਨੀਅਰ ਹੁੰਦਾ ਸੀ, ਕਹਿੰਦੇ ਮੈਥੋਂ ਕਰਾ ਲਿਆ ਕਰੋ ਇਹ। ਅਸੀਂ ਉਹਨੂੰ ਭੇਜ ਕੇ ਉਹਦਾ ਐਸਟੀਮੇਟ ਲਾ ਕੇ ਐਸਟੀਮੇਟ ਲਾਇਆ ਤੇ ਅਸੀਂ ਪੁਲ ਬਣਾਤਾ। ਉਹ ਕਿੰਨੇ ਚ? 6 ਲੱਖ ਰੁਪਏ। 6 ਲੱਖ ਰੁਪਏ। 1 ਕਰੋੜ 80 ਲੱਖ ਤੇ 6 ਲੱਖ ਕਿੱਥੇ ਜਾਂਦਾ ਉਹ ਪੈਸਾ? ਮੈਂ ਲੋਕਾਂ ਦੇ ਪੈਸੇ ਨੂੰ ਵੀ ਆਪਦਾ ਪੈਸਾ ਸਮਝ ਕੇ, ਜਿਵੇਂ ਆਪਾਂ ਖਰਚਦੇ ਆ ਨਾ, ਦੁਕਾਨਦਾਰ ਨਾਲ ਬਹਿਸ ਕਰਦੇ ਆ ਕਿ ਠੀਕ ਲਾ ਲਾ ਯਾਰ, ਆਪ ਕੋਲ ਖੜ ਕੇ ਜਾ ਕੇ ਤੁਸੀਂ ਉੱਥੇ? ਨਹੀਂ ਬਣ ਗਿਆ ਪੁਲ ਬਣਾਤਾ। ਮੈਂ ਅਸੀਂ ਪੁਲ ਬਣਾਤਾ ਕਰੋ ਚੱਲਦਾ। ਉਹ ਕਾਰਨ ਕੀ ਹੈ? ਲੋਕਾਂ ਦੇ ਪੈਸੇ ਨੂੰ ਵੀ ਆਪਦਾ ਪੈਸਾ ਸਮਝਦੇ। ਇਹ ਨਹੀਂ ਹੈਗਾ ਕਿ ਪਬਲਿਕ ਦਾ ਪੈਸਾ ਇੱਧਰ ਸੁੱਟ ਦੋ ਇੱਧਰ ਸੁੱਟ ਦੋ। ਨੋ, ਮੈਂ 1-1 ਰੁਪਏ ਦਾ ਹਿਸਾਬ ਲੈਣਾ। ਔਰ ਹੋਰ ਦੇਖੋ, ਮੈਂ 26 ਕਰੋੜ 61 ਲੱਖ ਰੁਪਏ ਦਾ ਹਿਸਾਬ ਦਿੱਤਾ ਸੀਗਾ 2019 ਚ, ਮਿਲਦਾ 25 ਕਰੋੜ ਹੈ। ਉਹ ਬਾਕੀ ਪੈਸਾ ਕਿੱਥੋਂ ਆਇਆ? 1 ਕਰੋੜ ਰੁਪਏ ਦੇ ਲਗਭਗ 1 ਕਰੋੜ 1 ਲੱਖ, ਠੀਕ ਹੈ ਨਾ, ਵਿਆਜ ਆਇਆ ਉਸ ਪੈਸੇ ਦਾ। ਕਿਉਂਕਿ ਜਦੋਂ ਛੋਟੇ ਛੋਟੇ ਕੋਈ ਇਲੈਕਸ਼ਨ ਆ ਗਈ, ਸਰਪੰਚੀ ਦੀ, ਐਮਸੀ ਦੀ, ਕੋਡ ਲੱਗ ਜਾਂਦਾ, ਇਲੈਕਸ਼ਨ ਕੋਡ, ਗ੍ਰਾਂਟ ਨਹੀਂ ਦੇ ਸਕਦੇ, ਪਰ ਪੈਸਾ ਪਿਆ ਬੈਂਕ 'ਚ, ਉਹਦਾ ਵਿਆਜ ਆਉਂਦਾ। ਮੈਂ ਕਿਹਾ ਜੇ 25 ਕਰੋੜ ਜਨਤਾ ਦਾ ਤਾਂ 1 ਕਰੋੜ 1 ਲੱਖ ਜਿਹੜਾ ਵਿਆਜ ਆ ਜਿਹੜਾ ਉਹ ਵੀ ਜਨਤਾ ਦਾ। ਉਹ ਹੋ ਗਿਆ 60 ਲੱਖ ਰੁਪਏ ਪੁਰਾਣਾ ਬਜਿੰਦਰ ਸਿੰਘਲਾ ਜਿਹੜੇ ਛੱਡ ਕੇ ਗਏ ਸੀਗੇ, ਉਹ ਸੀ। ਖਾਦਾ ਨਹੀਂ ਕਦੇ ਕੁਝ? ਨੋ ਜੀ, ਖਾਦਾ ਕੀ, ਸਾਡੇ ਤਾਂ ਪੱਲਿਓਂ ਲੱਗਦੇ ਨੇ। ਲੋੜ ਨਹੀਂ ਪਈ। ਯਾਰਾਂ ਦੋਸਤਾਂ ਤੋਂ ਉਧਾਰ ਲੈ ਲਈਦਾ। ਕਿਰਾਏ ਤੇ ਰਹਿੰਦੇ ਹੋ ਤੁਸੀਂ? ਕਿਰਾਏ ਤੇ ਕੋਠੀ ਰਹਿੰਦੇ ਆ। ਮਕਾਨ ਪਾ ਲਓ, ਕੋਈ मर्सिडीज ले लो। ਹੋਰ ਦੱਸ ਦੇਣਾ। पंजाब में तो एक एमएलए अगर बन जाए 5 साल के लिए, उसकी कम से कम 3 कोठियां तो बन जाती है, 3 गाड़ियां आ जाती है। इसने ना गाड़ी खरीदी ना इसने कोठी खरीदी, ਹੋਰ ਦੱਸ ਦੇਣਾ ਨਵੀਂ ਗੱਲ। किराए के मकान पे रहता है। ਕੋਈ ਸ਼ੌਕ ਨਹੀਂ ਹੈਗਾ ਉਹ ਤੁਹਾਡਾ? ਨਵੀਂ ਗੱਲ ਦੱਸ ਦੇਣਾ ਮੱਕੜ ਸਾਹਿਬ। 2012 ਚ ਭਰਿਆ ਫਾਰਮ ਲਹਿਰੇ ਤੋਂ, ਜਿੰਨੀ ਮੈਂ ਕਾਮੇਡੀ ਮੇਰੇ ਕੈਰੀਅਰ ਚ ਕਮਾਈ ਸੀ ਮੈਂ ਦੱਸਤੀ। 2014 ਚ ਭਰਿਆ ਤਾਂ 12 ਨਾਲੋਂ ਪ੍ਰਾਪਰਟੀ ਘਟ ਗਈ, ਕਿਉਂਕਿ ਇਹਨਾਂ ਨੇ ਮੇਰੇ ਸੀਰੀਅਸ ਰੂਲ ਬੰਦ ਕਰਤੇ, ਸੁਖਬੀਰ ਬਾਦਲ ਨੇ ਚੱਲਣ ਨਹੀਂ ਦਿੱਤੇ। 2014 ਚ ਜਿੱਤ ਗਿਆ। 2017 ਚ ਜਲਾਲਾਬਾਦ ਤੋਂ ਲੜਿਆ, 14 ਨਾਲੋਂ ਘਟ ਗਈ, ਹਾਲਾਂਕਿ ਜਿੱਤ ਗਿਆ ਸੀ। 2019 ਚ ਲੜਿਆ ਤਾਂ 17 ਨਾਲੋਂ ਘਟ ਗਈ। ਤੇ ਅੱਜ ਤੁਹਾਡੇ ਵਾਲੇ ਚੈਨਲ ਤੇ ਪਹਿਲੀ ਵਾਰ ਦੱਸਣ ਲੱਗਿਆ, ਅੱਜ ਕਾਗਜ਼ ਭਰ ਕੇ ਆਇਆ ਸਰ, 19 ਨਾਲੋਂ 14 ਲੱਖ ਰੁਪਇਆ ਘਟ ਗਈ ਇਸ ਵਾਰ। ਸਾਡੀ ਜਿੱਤ ਕੇ ਵੀ ਘਟੀ ਜਾਂਦੀ ਹੈ, ਇਹਨਾਂ ਦੀ ਹਾਰ ਕੇ ਵੀ ਕਈ ਗੁਣਾ ਵਧੀ ਜਾਂਦੀ ਹੈ। ਇੱਥੇ ਜਾਂਦਾ ਖਜ਼ਾਨਾ।